Hello everyone, I'm Chanpreet from Kaizen Academy. Welcome to our YouTube channel and I hope all of you are doing fine and everybody watching this video is in good health. Today's video is going to be very important and very informative for all the IELTS aspirants. A lot of my students requested me to make a video on computer-based IELTS. So I got in touch with a few individuals from IDP and British Council and I could fetch a lot of information from them. So I'll be transferring the same information to you so that you can be more clear about the computer-based IELTS exam. And I thought that I should make this video in a regional language, so मैं ये video पंजाबी ਵਿੱਚ ਤੁਹਾਡੇ ਨਾਲ share करूँगा. So without wasting much time, let's start with the computer-based listening module. So listening module computer-based and paper-based same रहेगा. The pattern remains the same, number of questions same रहेंगे, types of questions same रहेंगे, 0 to 9 band score रहेगा. The duration of the module remains the same, सब कुछ same रहेगा except a few points. First major difference is कि ਜਿਹੜੇ ਆਪਾਂ ਨੂੰ 10 minutes extra ਮਿਲਦੇ ਸੀਗੇ paper based IELTS ਦੇ ਵਿੱਚ ਉਹ computer based IELTS ਦੇ ਵਿੱਚ ਆਪਾਂ ਨੂੰ ਨਹੀਂ ਮਿਲਣਗੇ. Instead ਆਪਾਂ ਨੂੰ ਦੇ ਵਿੱਚ ਸਿਰਫ 2 minutes extra ਮਿਲਣਗੇ to review our answers. 10 minutes ਆਪਾਂ ਨੂੰ paper based ਮਿਲਦੇ ਸੀਗੇ ਕਿਉਂਕਿ ਆਪਾਂ ਜਿਹੜਾ ਆਪਣੇ ਆਨਸਰਸ ਹੈਗੇ ਨੇ ਉਹ ਟ੍ਰਾਂਸਫਰ ਕਰਨੇ ਹੁੰਦੇ ਸੀਗੇ ਕੁਐਸਚਨ ਬੁਕਲੇਟ ਤੋਂ ਆਨਸਰ ਸ਼ੀਟ ਪਰ ਇਹਦੇ ਵਿੱਚ ਆਪਾਂ ਕੁਝ ਟ੍ਰਾਂਸਫਰ ਨਹੀਂ ਕਰਨਾ. ਇਹਦੇ ਵਿੱਚ ਸਿੱਧਾ ਹੀ ਆਪਾਂ ਜਿਹੜੇ ਆਨਸਰਸ ਮਾਰਕ ਕਰ ਰਹੇ ਹਾਂ ਉਹ ਡਾਇਰੈਕਟਲੀ ਸੇਵ ਹੋ ਰਹੇ ਨੇ. ਬਟ ਇੱਥੇ ਇੱਕ ਬੜਾ ਇੰਪੋਰਟੈਂਟ ਕੁਐਸਚਨ ਅਰਾਈਜ਼ ਹੁੰਦਾ ਹੈ ਜੋ ਕਿ ਲੈਟਸ ਸਪੋਜ਼ ਆਪਾਂ 3-4 ਕੁਐਸਚਨਸ ਆਪਾਂ ਅਨਸ਼ੋਰ ਹਾਂ ਜਿਹੜੇ ਆਪਾਂ ਮਾਰਕ ਕੀਤੇ ਨੇ ਤੇ ਆਪਾਂ ਉਹਨੂੰ ਦੁਬਾਰਾ ਦੇਖਣਾ ਚਾਹੁੰਦੇ ਹਾਂ ਕਿ ਆਪਾਂ ਉਹਨਾਂ ਕੁਐਸਚਨਸ ਨੂੰ ਦੁਬਾਰਾ ਦੇਖ ਸਕਦੇ ਹਾਂ. ਜੇ ਦੇਖ ਸਕਦੇ ਹਾਂ ਕਿ ਆਪਾਂ ਚੇਂਜਸ ਉਹਨਾਂ ਵਿੱਚ ਕਰ ਸਕਦੇ ਹਾਂ ਕਿ ਨਹੀਂ, ਦਾ ਆਨਸਰ ਇਜ਼ ਯੈਸ. ਤੁਹਾਨੂੰ ਇੱਕ ਸਕਰੀਨ ਡਿਸਪਲੇ ਹੋਏਗੀ ਕੰਪਿਊਟਰ ਦੇ ਉੱਤੇ ਤੇ ਉਹਦੇ ਨੀਚੇ 1 to 40 ਕੁਐਸਚਨਸ ਲਿਖੇ ਹੋਣਗੇ. ਜਿਵੇਂ ਜਿਵੇਂ ਤੁਸੀਂ ਉਹ ਕੁਐਸਚਨ ਨੂੰ ਆਨਸਰ ਕਰੀ ਜਾਓਗੇ ਉਵੇਂ ਉਵੇਂ ਆਟੋਮੈਟਿਕਲੀ ਤੁਸੀਂ ਨੈਕਸਟ ਕੁਐਸਚਨ ਤੇ ਮੂਵ ਹੁੰਦੇ ਜਾਓਗੇ. ਤੇ ਜਿਹੜੇ ਕੁਐਸਚਨ ਤੇ ਤੁਹਾਨੂੰ ਡਾਊਟ ਹੈ ਤੁਸੀਂ ਉਸ ਕੁਐਸਚਨ ਨੂੰ ਰਿਵਿਊ ਕਰ ਸਕਦੇ ਹੋ ਦੁਬਾਰਾ. ਸੋ ਲੈਫਟ ਸਾਈਡ ਬਾਟਮ ਤੇ ਰਿਵਿਊ ਦਾ ਆਪਸ਼ਨ ਹੈ. ਲੈਟਸ ਸਪੋਜ਼ ਤੁਹਾਨੂੰ 6th ਕੁਐਸਚਨ ਵਿੱਚ ਡਾਊਟ ਹੈ, ਤੁਸੀਂ ਜਦੋਂ 6th ਕੁਐਸਚਨ ਤੇ ਹੈਗੇ ਹੋ ਤੁਸੀਂ ਆਨਸਰ ਤਾਂ ਕਰਤਾ ਬਟ ਯੂ ਸਟਿਲ ਅਨਸ਼ੋਰ, ਤੁਸੀਂ ਉਹਨੂੰ ਨਾਲ ਦੇ ਨਾਲ ਹੀ ਰਿਵਿਊ ਤੇ ਕਲਿੱਕ ਕਰ ਦਿਓ ਤਾਂ ਉਹ ਜਿਹੜਾ ਕੁਐਸਚਨ ਨੰਬਰ 6 ਹੈ ਉਹ ਸਰਕਲ ਹੋ ਜਾਏਗਾ. ਸੋ ਇੱਦਾਂ ਹੀ ਲੈਟਸ ਸਪੋਜ਼ ਇੱਕ 11th ਕੁਐਸਚਨ ਵੀ ਸੀਗਾ, ਤੁਸੀਂ ਉਹ ਵੀ ਰਿਵਿਊ ਕਰ ਲਿਆ. ਸੋ ਤੁਸੀਂ ਇਹਨਾਂ ਕੁਐਸਚਨ ਸੇ ਕਿਸੇ ਵੀ ਟਾਈਮ ਵਾਪਸ ਜਾ ਸਕਦੇ ਹੋ, ਤੁਸੀਂ ਇਹਨਾਂ ਨੂੰ ਦੁਬਾਰਾ ਦੇਖ ਸਕਦੇ ਹੋ, ਜਿਹੜੇ ਤੁਸੀਂ ਚੇਂਜਸ ਕਰਨੇ ਹੈ ਉਹ ਦੁਬਾਰਾ ਕਰ ਸਕਦੇ ਹੋ. ਐਂਡ ਤੁਹਾਨੂੰ ਕੰਪਿਊਟਰ ਬੇਸਡ ਆਇਲਸ ਦੇ ਵਿੱਚ ਵੀ ਪੇਪਰ ਐਂਡ ਅ ਪੈਨਸਿਲ ਮਿਲੇਗਾ ਟੂ ਡੂ ਯੋਰ ਰਫ ਵਰਕ ਜਾਂ ਤੁਸੀਂ ਕੁਝ ਵੀ ਹੋਰ ਇਹਦੇ 'ਤੇ ਕੰਮ ਕਰਨਾ ਹੈ ਆਪਣੇ ਆਪ ਨੂੰ ਈਜ਼ੀ ਰੱਖਣ ਵਾਸਤੇ. ਸੋ ਤੁਸੀਂ ਉਹ ਪੈਨਸਿਲ ਤੇ ਪੇਪਰ ਯੂਜ਼ ਕਰ ਸਕਦੇ ਹੋ. ਬਾਕੀ everything else remains the same in the listening module. Coming on to the reading module of IELTS. So reading ਦੇ ਵਿੱਚ we are into a habit of underlining the important words or sentences or paragraphs. So ਕੀ ਆਪਾਂ ਇੱਥੇ ਨੂੰ underline ਜਾਂ highlight ਕਰ ਸਕਦੇ ਹਾਂ computer based ਦੇ ਵਿੱਚ? The answer is yes. ਆਪਾਂ ਕਿਸੇ ਵੀ ਟੈਕਸਟ ਨੂੰ ਜੇ ਸਿਲੈਕਟ ਕਰਨਾ ਹੈ ਆਪਾਂ ਉਹਨੂੰ ਤੁਸੀਂ ਸਿਲੈਕਟ ਕਰ ਲਓ ਜਿਹੜਾ ਟੈਕਸਟ ਤੁਸੀਂ ਇੰਪੋਰਟੈਂਟ ਸਮਝਦੇ ਹੋ ਐਂਡ ਉਸ ਤੋਂ ਬਾਅਦ ਤੁਸੀਂ ਰਾਈਟ ਕਲਿੱਕ ਕਰੋਗੇ. ਰਾਈਟ ਕਲਿੱਕ ਕਰਨ ਤੋਂ ਬਾਅਦ ਉੱਥੇ ਇੱਕ ਹਾਈਲਾਈਟ ਦਾ ਆਪਸ਼ਨ ਆਏਗਾ. ਜਦੋਂ ਆਪਾਂ ਉਹਨੂੰ ਹਾਈਲਾਈਟ 'ਤੇ ਕਲਿੱਕ ਕਰ ਦਾਂਗੇ ਤਾਂ ਉਹ ਸਾਰਾ ਟੈਕਸਟ ਹਾਈਲਾਈਟ ਹੋ ਜਾਏਗਾ ਯੈਲੋ ਕਲਰ ਦੇ ਵਿੱਚ. ਐਂਡ ਆਲਸੋ ਤੁਸੀਂ ਹਾਈਲਾਈਟ ਕਰਨ ਦੇ ਨਾਲ ਨਾਲ ਉਸ ਟੈਕਸਟ ਦੇ ਉੱਤੇ ਨੋਟਸ ਵੀ ਐਡ ਕਰ ਸਕਦੇ ਹੋ. ਤੁਸੀਂ ਕੋਈ ਜ਼ਰੂਰੀ ਇੰਪੋਰਟੈਂਟ ਨੋਟਸ ਲਿਖਣੇ ਹੈ ਯੂ ਕੈਨ ਆਲਸੋ ਐਡ ਨੋਟਸ ਟੂ ਇਟ. ਸੋ ਇਸ ਤਰੀਕੇ ਨਾਲ ਆਪਾਂ ਉਸ ਟੈਕਸਟ ਨੂੰ ਸਿਲੈਕਟ ਕਰ ਸਕਦੇ ਹਾਂ ਐਂਡ ਆਪਾਂ ਉਹਨੂੰ ਕਦੇ ਵੀ ਵਿਊ ਕਰ ਸਕਦੇ ਹਾਂ. Another advantage of computer based reading is ਕਿ ਆਪਾਂ ਫਲਿੱਪ ਜਿਹੜੀ ਪੇजेस ਫਲਿੱਪ ਕਰਦੇ ਹਾਂ ਆਪਾਂ ਪੇਪਰ ਬੇਸ ਦੇ ਵਿੱਚ ਆਪਾਂ ਉਹਨੂੰ ਪੇजेस ਫਲਿੱਪ ਕਰਨ ਦੀ ਲੋੜ ਨਹੀਂ. ਇੱਕ ਸਕਰੀਨ ਹੈ, ਲੈਫਟ ਸਾਈਡ ਤੇ ਆਪਣਾ ਟੈਕਸਟ ਰਹੇਗਾ, ਰਾਈਟ ਸਾਈਡ ਤੇ ਆਪਣੇ ਕੁਐਸਚਨਸ ਰਹਿਣਗੇ. ਸੋ ਆਪਾਂ ਨੂੰ ਫਲਿੱਪ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ. ਸੇਮ ਵਿੰਡੋ ਤੇ ਸੇਮ ਸਕਰੀਨ ਤੇ ਆਪਾਂ ਨੂੰ ਕੁਐਸਚਨਸ ਆ ਰਹੇ ਨੇ, ਸੇਮ ਸਕਰੀਨ ਤੇ ਆਪਾਂ ਨੂੰ ਟੈਕਸਟ ਵੀ ਆ ਰਿਹਾ ਹੈ. ਸੋ ਕਿਤੇ ਨਾ ਕਿਤੇ ਆਪਾਂ ਇਹਦੇ ਵਿੱਚ ਆਪਣਾ ਟਾਈਮ ਵੀ ਸੇਵ ਕਰ ਸਕਦੇ ਹਾਂ. Coming on to the true false yes no not given, ਇਹਦੇ ਵਿੱਚ ਵੀ ਆਪਾਂ ਟਾਈਮ ਕਿਤੇ ਨਾ ਕਿਤੇ ਸੇਵ ਕਰ ਸਕਦੇ ਹਾਂ. true false not given ਜਾਂ yes no not given ਆਪਾਂ ਨੂੰ ਪੂਰਾ ਲਿਖਣ ਦੀ ਜ਼ਰੂਰਤ ਨਹੀਂ ਹੈ. ਆਪਾਂ ਸਿਰਫ ਜਿਹੜਾ ਕੁਐਸਚਨ ਹੈਗਾ ਜੇ ਉਹ ਟਰੂ ਹੈ ਤਾਂ ਆਪਾਂ ਤੇ ਟਰੂ ਤੇ ਕਲਿੱਕ ਕਰ ਸਕਦੇ ਹਾਂ, ਜੇ ਫਾਲਸ ਹੈ ਫਾਲਸ ਤੇ ਕਲਿੱਕ ਕਰਤਾ ਹੈ, ਨਾਟ ਗਿਵਨ ਹੈ ਨਾਟ ਗਿਵਨ ਤੇ ਕਲਿੱਕ ਕਰਤਾ. ਸੋ ਆਪਾਂ ਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ ਤੇ ਇਹਦੇ ਵਿੱਚ ਵੀ ਆਪਣਾ ਟਾਈਮ ਸੇਵ ਹੋ ਰਿਹਾ ਹੈ. Rest everything remains the same.
reading pattern remains the same, number of questions remain the same, types of questions remain the same, 0 to 9 bands remains the same, everything else remains the same. So now coming on to the writing module of computer based IELTS. Writing ਦੇ ਵਿੱਚ ਇੱਕ ਬੜਾ ਵੱਡਾ ਐਡਵਾਂਟੇਜ ਜਿਹੜਾ ਕਿ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਪੇਪਰ ਬੇਸਡ IELTS ਦੇ ਵਿੱਚ ਤਾਂ ਆਪਾਂ ਪੈਨਸਿਲ ਨਾਲ ਪੇਪਰ ਦੇ ਉੱਤੇ ਲਿਖਦੇ ਹਾਂ, ਬਟ ਕੁਝ ਐਕਸਟਰਾਆਰਡਨਰੀ ਸਟੂਡੈਂਟਸ ਦੀ ਰਾਈਟਿੰਗ ਬਹੁਤ ਅੱਛੀ ਹੁੰਦੀ ਹੈ, ਬਹੁਤ ਅੱਛੀ। ਸੋ ਉਹਦੇ ਕਰਕੇ ਉਹ ਆਪਣਾ ਜਿਹੜਾ ਮਾਰਕਸ ਨੇ ਉਹ ਲੂਜ਼ ਕਰ ਜਾਂਦੇ ਨੇ। ਸੋ ਟੂ ਬੀ ਸੀਰੀਅਸ ਹੈਰ, ਜਿਹੜੇ ਸਟੂਡੈਂਟਸ ਦੀ ਰਾਈਟਿੰਗ ਉਹਨੂੰ ਪਤਾ ਹੈ ਕਿ ਸਾਡੀ ਨਹੀਂ ਅੱਛੀ, कंटेंट अच्छा है, द नॉलेज ऑफ द लैंग्वेज इज़ गुड, ग्रामर अच्छी है, वोकैब अच्छा यूज़ कर रहे हो, बट हैंड राइटिंग करके मार्क्स या बैंड स्कोर नहीं आ रहा, तो उन्होंने वास्ते राइटिंग मॉड्यूल कंप्यूटर बेस्ड का बहुत बेनिफिशियल होएगा, बिकॉज राइटिंग इज़ टोटली इल्यूडेड, वो बिल्कुल ही आउट ऑफ पिक्चर है, तुसी टाइप करना है, एंड विच इज़ अ ह्यूज एडवांटेज फॉर पीपल दोज हू डोंट हैव गुड हैंड राइटिंग। second very big advantage is that ਤੁਸੀਂ number of words ਤੁਹਾਨੂੰ ਬਾਰ-ਬਾਰ ਕਾਊਂਟ ਕਰਨ ਦੀ ਲੋੜ ਨਹੀਂ ਹੈ। ਤੁਸੀਂ ਜਿਵੇਂ ਵਰਡਸ ਟਾਈਪ ਕਰਦੇ ਜਾਓਗੇ ਉਵੇਂ ਜਿਹੜੀ ਵਰਡ ਲਿਮਿਟ ਹੈ ਤੁਹਾਨੂੰ ਸਕਰੀਨ ਤੇ ਡਿਸਪਲੇ ਹੁੰਦੀ ਜਾਏਗੀ। ਸੋ ਤੁਹਾਨੂੰ ਵਰਡਸ ਵੀ ਕਾਊਂਟ ਕਰਨ ਦੀ ਲੋੜ ਨਹੀਂ ਹੈ, ਤੁਸੀਂ ਇੱਥੇ ਵੀ ਆਪਣਾ ਟਾਈਮ ਸੇਵ ਕਰ ਸਕਦੇ ਹੋ। ਅਗੇਨ ਰੀਡਿੰਗ ਵਾਂਗੂ ਰਾਈਟਿੰਗ ਦੇ ਵਿੱਚ ਵੀ ਲੈਫਟ ਸਾਈਡ ਤੇ ਕੁਐਸਚਨ ਰਹੇਗਾ, ਰਾਈਟ ਸਾਈਡ ਤੇ ਤੁਸੀਂ ਆਪਣਾ ਆਨਸਰ ਲਿਖਣਾ ਹੈ ਫॉर ਬੋਥ ਟਾਸਕ 1 ਐਂਡ ਟਾਸਕ 2, ਐਂਡ ਤੁਸੀਂ ਵਿਦਿਨ ਦ ਸੈਕਸ਼ਨਸ ਮੂਵ ਕਰ ਸਕਦੇ ਹੋ। ਤੁਸੀਂ ਲੈਟਸ ਸਪੋਜ਼ ਜੇ ਆਪਾਂ ਰੀਡਿੰਗ ਦੀ ਗੱਲ ਕਰੀਏ ਤਾਂ ਤੁਸੀਂ ਇਹ ਸੈਕਸ਼ਨ 1 ਦੇ ਵਿੱਚ ਹੋ ਤੇ ਤੁਸੀਂ ਸੈਕਸ਼ਨ 2 ਤੇ ਜਾਣਾ ਹੈ, ਤੁਸੀਂ ਜਾ ਸਕਦੇ ਹੋ। ਤੁਸੀਂ ਸੈਕਸ਼ਨ 3 ਦੇ ਵਿੱਚ ਹੋ, ਤੁਸੀਂ ਸੈਕਸ਼ਨ 2 ਦੇ ਕੁਝ ਆਨਸਰਸ ਮਿਸ ਆਊਟ ਕਰ ਗਏ, ਬਟ ਤੁਹਾਡੇ ਮਾਈਂਡ 'ਚ ਆ ਗਿਆ ਕਿ ਯੈਸ ਦਿਸ ਇਜ਼ ਦ ਕਰੈਕਟ ਆਨਸਰ, ਤੁਸੀਂ ਨਾਲ ਦੇ ਨਾਲ ਸੈਕਸ਼ਨ 2 ਦੇ ਵਿੱਚ ਮੂਵ ਕਰ ਸਕਦੇ ਹੋ। ਠੀਕ ਹੈ, ਰਾਈਟਿੰਗ ਦੇ ਵਿੱਚ ਵੀ ਇੱਦਾਂ ਹੀ ਹੈ। ਤੁਸੀਂ ਜੇ ਟਾਸਕ 2 ਪਹਿਲਾਂ ਸਟਾਰਟ ਕਰਨਾ, ਤੁਸੀਂ ਟਾਸਕ 2 ਸਟਾਰਟ ਕਰ ਸਕਦੇ ਹੋ, ਟਾਸਕ 1 ਸਟਾਰਟ ਕਰਨਾ, ਟਾਸਕ 1 ਸਟਾਰਟ ਕਰ ਸਕਦੇ ਹੋ। ਸੋ you can move within the sections, however you cannot move from one module to another module. let's say ਤੁਸੀਂ ਰੀਡਿੰਗ ਕਰ ਰਹੇ ਹੋ, ਤੁਸੀਂ ਰੀਡਿੰਗ ਨੂੰ ਵਿੱਚ ਛੱਡ ਕੇ ਰਾਈਟਿੰਗ ਤੇ ਮੂਵ ਨਹੀਂ ਕਰ ਸਕਦੇ, ਬਟ ਤੁਸੀਂ ਰੀਡਿੰਗ ਦੇ ਜਿਹੜੇ ਸੈਕਸ਼ਨਸ ਹੈਗੇ ਨੇ ਤੁਸੀਂ ਉਹਨਾਂ ਦੇ ਵਿੱਚ ਜ਼ਰੂਰ ਮੂਵ ਕਰ ਸਕਦੇ ਹੋ। ਸੋ ਦਿਸ ਵਾਜ਼ ਅਬਾਊਟ ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ। ਸੋ ਜਸਟ ਟੂ ਇਨਕੈਪਸੂਲੇਟ ਸਭ ਕੁਝ ਸੇਮ ਰਹਿੰਦਾ ਹੈ ਐਕਸੈਪਟ ਅ ਫਿਊ ਪੁਆਇੰਟਸ ਵਿਚ ਆਈ ਡਿਸਕਸਡ ਵਿਦ ਯੂ। ਸਪੀਕਿੰਗ ਜਿਵੇਂ ਪੇਪਰ ਬੇਸ IELTS ਦੀ ਹੁੰਦੀ ਹੈ ਉਹ ਸੇਮ ਰਹੇਗੀ, ਇਹਦੇ ਵਿੱਚ ਵੀਡੀਓ ਕਾਲ ਦੇ ਥਰੂ ਸਪੀਕਿੰਗ ਨਹੀਂ ਹੋਏਗੀ। ਕੰਪਿਊਟਰ ਬੇਸ ਦੇ ਵਿੱਚ ਵੀ 1-to-1 ਸਪੀਕਿੰਗ ਰਹੇਗੀ, ਫਿਜ਼ੀਕਲੀ 1-to-1 ਸਪੀਕਿੰਗ ਸੈਸ਼ਨਸ ਰਹਿਣਗੇ। ਸੋ ਪੈਟਰਨ, ਕੁਐਸਚਨ ਟਾਈਪਸ, ਕੁਐਸਚਨਸ ਸਭ ਕੁਝ ਸੇਮ ਰਹੇਗਾ। ਪਾਰਟ 1, ਪਾਰਟ 2, ਪਾਰਟ 3, ਕਿਊ ਕਾਰਡ, ਐਵਰੀਥਿੰਗ ਵਿਲ ਰਿਮੇਨ ਦ ਸੇਮ। ਸੋ ਇਹ ਤਾਂ ਸੀਗੇ ਮੋਡਿਊਲ ਵਾਈਜ਼ ਡਿਫਰੈਂਸ, ਲਿਸਨਿੰਗ, ਰੀਡਿੰਗ, ਰਾਈਟਿੰਗ, ਸਪੀਕਿੰਗ ਦੇ ਜਿਹੜੇ ਡਿਫਰੈਂਸ ਹੈਗੇ ਸੀ। ਹੁਣ ਆਪਾਂ ਗੱਲ ਕਰਾਂਗੇ ਜਿਹੜੇ ਜਨਰਲ ਡਿਫਰੈਂਸਿਸ ਨੇ ਕੰਪਿਊਟਰ ਬੇਸ IELTS ਦੇ, ਜਾਂ ਜਨਰਲ ਜਿਹੜੇ ਆਪਾਂ ਨੂੰ ਫਾਇਦੇ ਕਹਿ ਸਕਦੇ ਹਾਂ ਇਹਦੇ ਵਿੱਚ। ਸਭ ਤੋਂ ਪਹਿਲਾ ਫਾਇਦਾ, ਮਲਟੀਪਲ ਟੈਸਟ ਡੇਟਸ। ਕੰਪਿਊਟਰ ਬੇਸਡ IELTS ਐਗਜ਼ਾਮ ਟੇਕਸ ਪਲੇਸ ਐਵਰੀ ਡੇ, ਇਟ ਇਜ਼ ਕੰਡਕਟਡ ਐਵਰੀ ਡੇ ਇਨ ਅ ਮੰਥ। ਤੁਸੀਂ ਜੇ ਲੈਟਸ ਸਪੋਜ਼ 25 ਜੂਨ ਦੀ ਡੇਟ ਲੈਣੀ ਹੈ ਤੁਹਾਨੂੰ ਮਿਲ ਜਾਏਗੀ, 26 ਦੀ ਲੈਣੀ ਹੈ ਮਿਲ ਜਾਏਗੀ, 27 ਦੀ ਲੈਣੀ ਹੈ ਮਿਲ ਜਾਏਗੀ। ਸੋ ਇਹ ਐਗਜ਼ਾਮ ਹਰ ਰੋਜ਼ ਹੁੰਦਾ ਹੈ, ਪਲੱਸ ਇਹਦੇ ਵਿੱਚ ਮਲਟੀਪਲ ਟਾਈਮ ਸਲੋਟਸ ਨੇ। ਲੈਟਸ ਸਪੋਜ਼ 25 ਜੂਨ ਦਾ ਆਪਾਂ ਐਗਜ਼ਾਮ ਫਿਲ ਕਰ ਰਹੇ ਹਾਂ ਅਤੇ ਆਪਾਂ ਆਪਣੇ ਕੋਲ 2 ਟਾਈਮ ਸਲੋਟਸ ਅਵੇਲੇਬਲ ਨੇ, ਹੋ ਸਕਦਾ 3 ਵੀ ਹੋਣ। ਸੋ 2 ਕੀ ਹੈ, ਇੱਕ ਟਾਈਮ ਸਲੋਟ ਆਪਾਂ ਨੂੰ 9 to 12 ਮਿਲ ਸਕਦਾ ਹੈ, ਸੈਕਿੰਡ ਟਾਈਮ ਸਲੋਟ ਆਪਾਂ ਨੂੰ 1 to 4 ਮਿਲ ਸਕਦਾ। ਸੋ ਦਿਸ ਕੈਨ ਬੀ ਵੈਰੀ ਬੈਨੀਫਿਸ਼ੀਅਲ ਫॉर ਦੀ ਵਰਕਿੰਗ ਪ੍ਰੋਫੈਸ਼ਨਲਸ, ਇਹ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੋ ਸਕਦਾ ਹੈ ਜਿਹੜੇ ਕਿ ਜੌਬਸ ਕਰਦੇ ਨੇ। ਸੈਕਿੰਡ ਐਡਵਾਂਟੇਜ, ਰਿਜ਼ਲਟ of the computer based IELTS exam is delivered after 5 to 7 days. Paper based ਦੇ ਵਿੱਚ 13 days ਲੱਗਦੇ ਨੇ, but computer based ਦੇ ਵਿੱਚ 5 to 7 days ਦੇ ਵਿੱਚ result ਆ ਜਾਂਦਾ ਹੈ। So another flexibility is ਕਿ if somebody has a problem of viewing the screen for long hours, ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਕਿ ਉਹ ਲੰਬੇ ਟਾਈਮ ਵਾਸਤੇ ਸਕਰੀਨ ਵੱਲ ਨਹੀਂ ਦੇਖ ਸਕਦੇ, ਸੋ ਉਹ ਆਪਣੇ ਈਜ਼ ਦੇ ਲਈ ਸਕਰੀਨ ਦਾ ਬੈਕਗਰਾਊਂਡ ਕਲਰ ਚੇਂਜ ਕਰ ਸਕਦੇ ਨੇ, ਸਕਰੀਨ ਰੈਜ਼ੋਲੂਸ਼ਨ ਚੇਂਜ ਕਰ ਸਕਦੇ ਨੇ, ਟੈਕਸਟ ਦਾ ਸਾਈਜ਼ ਵੱਡਾ ਛੋਟਾ ਵੀ ਕਰ ਸਕਦੇ ਨੇ। ਸੋ ਇਹ ਇੱਕ ਅੱਛੀ ਫੰਕਸ਼ਨੈਲਿਟੀ ਹੈਗੀ ਹੈ ਕੰਪਿਊਟਰ ਬੇਸਡ IELTS ਦੇ ਵਿੱਚ। ਅਤੇ ਤੁਸੀਂ
ਜੇ ਸਕਰੀਨ ਦੇ ਉੱਤੇ ਹੈਗੇ ਹੋ ਤੁਸੀਂ ਜੇ ਟੈਕਸਟ ਉੱਪਰ ਵਾਲਾ ਦੇਖਣਾ ਤੁਸੀਂ ਸਕਰੋਲ ਅਪ ਕਰਕੇ ਯੂ ਕੈਨ ਸੀ ਦੀ ਅਪਰ ਟੈਕਸਟ। ਤੁਸੀਂ ਜੇ ਨੀਚੇ ਵਾਲਾ ਟੈਕਸਟ ਦੇਖਣਾ ਹੈ ਤੁਸੀਂ ਸਕਰੋਲ ਡਾਊਨ ਕਰਕੇ ਜਿਹੜਾ ਬਾਟਮ ਤੇ ਟੈਕਸਟ ਹੈਗਾ ਤੁਸੀਂ ਉਹ ਦੇਖ ਸਕਦੇ ਹੋ। ਸੋ ਸਕਰੋਲਿੰਗ ਅਪ ਐਂਡ ਡਾਊਨ ਦਾ ਆਪਸ਼ਨ ਵੀ ਅਵੇਲੇਬਲ ਹੈ। ਸੋ ਆਲ ਇਨ ਆਲ I think considering the present scenario computer based IELTS ਜਿਹੜਾ ਹੈ ਉਹ preference ਹੋਣਾ ਚਾਹੀਦਾ ਹੈ because paper based IELTS ਜਿਹੜਾ ਐਗਜ਼ਾਮ ਹੈ ਉਹ ਹਜੇ ਹੋਲਡ ਤੇ ਹੈ, ਉਹਦੀ ਪਰਮਿਸ਼ਨ ਨਹੀਂ ਮਿਲ ਰਹੀ ਹਜੇ, ਬਟ ਜਿਹੜਾ ਕੰਪਿਊਟਰ ਬੇਸਡ IELTS ਐਗਜ਼ਾਮ ਹੈ ਇਹ ਚੱਲ ਰਿਹਾ ਹੈ। ਸੋ ਕੰਸੀਡਰਿੰਗ ਥੀਸ ਐਡਵਾਂਟੇजेस I think ਕੰਪਿਊਟਰ ਬੇਸਡ IELTS ਦਾ ਆਪਾਂ ਨੂੰ ਸੋਚਣਾ ਚਾਹੀਦਾ ਹੈ ਵਿਦਾਊਟ ਵੇਸਟਿੰਗ ਮਚ ਟਾਈਮ। ਜਿਹੜੇ ਵੀ IELTS ਐਸਪੀਰੈਂਟਸ ਨੇ IELTS ਐਗਜ਼ਾਮ ਦੇਣਾ ਹੈ ਉਹ ਕੰਪਿਊਟਰ ਬੇਸ ਵਾਲਾ ਐਗਜ਼ਾਮ ਬੁੱਕ ਕਰ ਸਕਦੇ ਨੇ। ਸੋ ਦਿਸ ਇਜ਼ ਇਟ ਫॉर ਦਿਸ ਵੀਡੀਓ। ਸਟੇ ਟਿਊਨਡ ਫॉर ਦ ਨੈਕਸਟ ਵੀਡੀਓ। ਟਿਲ ਦੈਨ ਬੀ ਸੇਫ ਐਂਡ ਸਟੇ ਫੋਕਸਡ। ਥੈਂਕ ਯੂ ਸੋ ਮਚ।